ਕੁਛ ਕੁ ਦਿਨ ਪਹਿਲਾਂ ਬਰਜਿੰਦਰ ਸਿੰਘ ਨੇ ਲਿਖਿਆ ਸੀ, ਰੱਬ ਜੀ, ਮੈਂ ਆਪਣੇ ਅੰਦਰ ਥੋੜ੍ਹੀ ਜਿਹੀ ਡੂੰਘਿਆਈ ਨਾਲ ਵੇਖਦਾ ਹਾਂ ਤਾਂ ਆਪਣੇ ਪ੍ਰਤੀ ਹੀ ਬੇਈਮਾਨੀ ਝਲਕਦੀ ਹੈ। ਨਿਰੰਤਰ ਮਿਥਿਆ ਜਾਣਨ ਵਾਲਾ ਭਾਵ ਨਹੀਂ ਬਣਿਆ ਰਹਿੰਦਾ। ਜਦੋਂ ਵਿਹਲਾ ਹੁੰਦਾ ਹਾਂ ਤਾਂ ਇਹ ਖਿਆਲ ਬਣ ਜਾਂਦਾ ਹੈ ਕਿ ਸਭ ਵਿਅਰਥ ਹੈ, ਸਭ ਮਿਥਿਆ ਹੈ, ਸਭ ਝੂਠ ਹੈ, ਕੁਝ ਵੀ ਥਿਰ ਰਹਿਣ ਵਾਲਾ ਨਹੀਂ। ਪਰ ਜਦੋਂ ਕਿਸੇ ਦਾ ਫੋਨ ਆ ਗਿਆ ਜਾਂ ਦੁਕਾਨ 'ਤੇ ਕੋਈ ਗਾਹਕ ਆ ਗਿਆ ਜਾਂ ਘਰ ਜਾ ਕੇ ਉਲਝ ਗਿਆ, ਫਿਰ ਇਹ ਖਿਆਲ ਵਿਸਰ ਜਾਂਦਾ ਹੈ। ਕੱਲ੍ਹ ਤਾਂ ਇੱਦਾਂ ਹੋਇਆ, ਟੀਵੀ 'ਤੇ ਕੁਝ ਵੇਖ ਰਿਹਾ ਸੀ ਤਾਂ ਖਿਆਲ ਬਣਿਆ ਹੋਇਆ ਸੀ ਕਿ ਮਿਥਿਆ ਹੈ, ਪਰ ਫਿਰ ਵੀ ਚਾਹਤ ਸੀ ਕਿ ਵੇਖੀ ਜਾਵਾਂ। ਰੱਬ ਜੀ, ਫਿਰ ਤਾਂ ਇਹ ਖਿਆਲ ਵੀ ਓਪਰਾ ਜਿਹਾ ਹੀ ਹੋਇਆ ਨਾ, ਕਿਉਂਕਿ ਇਹ ਜੀਵਨ ਦਾ ਹਿੱਸਾ ਹੀ ਨਹੀਂ ਬਣਿਆ। ਰਾਹ ਰੁਸ਼ਨਾਉਣਾ ਰੱਬ ਜੀ। ਕੱਲ੍ਹ ਹੀ ਸ਼ਾਮੀ ਇਹ ਕਹਿ ਰਿਹਾ ਸੀ ਕਿ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਵਸੋ, ਅਤੇ ਮੈਂ ਇਹਨੂੰ ਕਹਿ ਰਿਹਾ ਸੀ ਵੀ ਤੁਸੀਂ ਹਿਰਦੇ ਨੂੰ ਖਾਲੀ ਕਰੋ, ਕੂੜ ਕਵਾੜ ਦੇ ਨਾਲ ਭਰਿਆ ਹੋਇਆ ਹੈ। ਜਿਵੇਂ ਤੁਸੀਂ ਕਿਸੇ ਨੂੰ ਘਰੇ ਸੱਦਣਾ ਹੋਵੇ, ਅਗਰ ਸ੍ਰੇਸ਼ਟਤਮ ਮਹਿਮਾਨ ਨੂੰ ਸੱਦਣਾ ਹੋਵੇ ਅਤੇ ਤੁਸੀਂ ਘਰ ਦੀ ਸਫਾਈ ਕਰਦੇ ਹੋ, ਜੋ ਵੀ ਵਿਅਰਥ ਚੀਜ਼ਾਂ ਹਨ ਸਭ ਬਾਹਰ ਕਰ ਦਿੰਦੇ ਹੋ। ਇਵੇਂ ਹੀ ਅੰਦਰਲਾ ਘਰ ਜਦੋਂ ਸਾਫ਼ ਕਰਨਾ ਹੈ ਅਤੇ ਉਹਦੇ ਵਿੱਚੋਂ ਵੀ ਜੋ ਵਿਅਰਥ ਹੈ, ਜਿਵੇਂ ਤੁਸੀਂ ਬਾਹਰਲਾ ਘਰ ਸਜਾਉਂਦੇ ਹੋ ਨਾ, ਫਰਨੀਚਰ ਰੱਖ ਲੈਂਦੇ ਹੋ, ਤਸਵੀਰਾਂ ਕੰਧਾਂ 'ਤੇ ਲਾ ਲੈਂਦੇ ਹੋ, ਇਵੇਂ ਤੁਸੀਂ ਅੰਦਰਲਾ ਘਰ ਸਜਾਉਂਦੇ ਹੋ। ਉੱਥੇ ਵੀ ਤੁਸੀਂ ਤਸਵੀਰਾਂ ਲਾਈਆਂ ਹੋਈਆਂ ਹਨ, ਆਪਣਿਆਂ ਦੀਆਂ ਸਜਾਈਆਂ ਹੋਈਆਂ ਹਨ। ਰੋਜ਼ ਉਹਨਾਂ ਨੂੰ ਸਾਫ਼ ਕਰਦੇ ਰਹਿੰਦੇ ਹੋ। ਜਿਵੇਂ ਬਾਹਰ ਕਿਸੇ ਨੇ ਕੰਧ 'ਤੇ ਤਸਵੀਰ ਲਾਈ ਹੁੰਦੀ ਹੈ ਨਾ, ਕਿਸੇ ਆਪਣੇ ਬਜ਼ੁਰਗ ਦੀ ਜਾਂ ਹੋਰ ਕਿਸੇ ਦੀ, ਰਿਸ਼ਤੇਦਾਰ ਦੀ, ਕਈ ਸਾਧੂ ਮਹਾਤਮਾ ਦੀਆਂ, ਗੁਰੂਆਂ ਪੀਰਾਂ ਦੀਆਂ ਵੀ ਲਾ ਲੈਂਦੇ ਹਨ, ਤਾਂ ਉਹਨਾਂ ਨੂੰ ਸਾਫ਼ ਕਰਦੇ ਰਹਿੰਦੇ ਹਨ। ਇੱਦਾਂ ਹੀ ਅੰਦਰ ਲੱਗੀਆਂ ਹੋਈਆਂ ਹਨ, ਉਹਨਾਂ ਨੂੰ ਚੇਤੇ ਕਰ ਕਰਕੇ ਤੁਸੀਂ ਸਾਫ਼ ਕਰਦੇ ਰਹਿੰਦੇ। ਚੇਤਾ ਕਰਨਾ, ਸਾਫ਼ ਕਰਨਾ ਹੈ ਤਸਵੀਰ ਨੂੰ, ਸਵੱਛ ਕਰਨਾ ਹੈ। ਤੁਸੀਂ ਨਿਖਾਰਦੇ ਰਹਿੰਦੇ ਹੋ ਤਸਵੀਰ ਨੂੰ, ਬੜੀ ਪਿਆਰੀ ਹੈ। ਆਪਣੇ ਬੱਚਿਆਂ ਦੇ ਗੁਣ ਚੇਤੇ ਕਰ ਕਰਕੇ ਤੁਸੀਂ ਬਾਹਰ ਸੋਚਦੇ ਹੋ, ਪਰ ਤਸਵੀਰ ਤੁਹਾਡੀ ਅੰਦਰ ਸਾਫ਼ ਹੁੰਦੀ ਹੈ, ਅੰਦਰ ਬਣਦੀ ਹੈ ਪਹਿਲਾਂ ਆਕਾਰ, ਤਾਂ ਉਹਦੇ ਨਾਲ ਤੁਸੀਂ ਜੁੜ ਜਾਂਦੇ ਹੋ। ਇਸੇ ਕਾਰਨ ਹੀ ਦੁੱਖ ਹੁੰਦਾ ਹੈ ਨਾ, ਕੋਈ ਛੱਡ ਜਾਵੇ, ਦੂਰ ਚਲੇ ਜਾਵੇ, ਕਿਉਂਕਿ ਆਕਾਰ ਅੰਦਰਲਾ ਤੁਹਾਡਾ ਟੁੱਟਦਾ ਹੈ ਜੋ ਬਣਾਇਆ ਸੀ ਤਸਵੀਰ। ਅਤੇ ਅੰਦਰ ਪਤਾ ਨਹੀਂ ਕਿੰਨੇ ਕੁ ਆਕਾਰ ਤੁਸੀਂ ਨਿਰਮਿਤ ਕੀਤੇ ਹੋਏ ਹਨ, ਤਾਂ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ, ਸੁੱਟੋ। ਫਿਰ ਦੂਸਰੀ ਗੱਲ ਹੈ ਵੀ ਘਰ ਦੇ ਵਿੱਚ ਅਗਰ ਤੁਸੀਂ ਸਮਾਨ ਰੱਖਣਾ ਹੋਵੇ, ਕੋਈ ਫਰਨੀਚਰ ਰੱਖਣਾ ਹੈ ਜਾਂ ਹੋਰ ਕੁਛ ਹੰਡਾਉਣ ਵਾਲਾ, ਸੁੱਖ ਸੁਵਿਧਾ ਵਾਲਾ ਸਮਾਨ ਰੱਖਣਾ ਹੈ, ਅਤੇ ਤੁਹਾਨੂੰ ਬਾਹਰੋਂ ਲੈ ਕੇ ਆਉਣਾ ਪੈਂਦਾ ਹੈ, ਕੋਸ਼ਿਸ਼ ਕਰਨੀ ਪੈਂਦੀ, ਮਿਹਨਤ ਕਰਨੀ ਪੈਂਦੀ। ਪਰ ਖਾਲੀ ਕਰਨਾ ਹੋਵੇ ਤਾਂ ਸਾਰਾ ਚੱਕ ਕੇ ਬਾਹਰ ਮਾਰੋ। ਖਾਲੀ ਕਰਨਾ ਤਾਂ ਸਿਖਾਲਾ ਹੈ ਨਾ, ਪਰ ਖਾਲੀ ਕਰਨਾ ਨਹੀਂ ਕੋਈ ਚਾਹੁੰਦਾ ਹੈ, ਕਿਉਂਕਿ ਉਹ ਜਿਹੜਾ ਅੰਦਰ ਪਿਆ ਹੈ ਸਮਾਨ, ਉਹਦੇ ਨਾਲ ਮੋਹ ਹੋ ਗਿਆ। ਫਰਨੀਚਰ ਨਾਲ ਕਈਆਂ ਨੂੰ ਮੋਹ ਹੋ ਜਾਂਦਾ, ਚੀਜ਼ਾਂ ਨਾਲ ਮੋਹ ਹੋ ਜਾਂਦਾ, ਘਰ ਦੀਆਂ ਨਾਲ, ਉਹਨਾਂ ਨੂੰ ਸਾਂਭ ਕੇ ਰੱਖ ਲੈਂਦੇ। ਇੱਦਾਂ ਹੀ ਘਰ ਦੇ ਮੈਂਬਰ ਹਨ, ਚੀਜ਼ਾਂ ਤਾਂ ਫਿਰ ਵੀ ਟਿਕੀਆਂ ਰਹਿੰਦੀਆਂ ਹਨ ਜਿੱਥੇ ਰੱਖ ਦਿਓਗੇ,
ਸਾਰੀ ਜ਼ਿੰਦਗੀ ਟਿਕੀਆਂ ਰਹਿਣਗੀਆਂ, ਪਰ ਘਰ ਦੇ ਮੈਂਬਰ ਉਹ ਥੋੜ੍ਹੀ ਟਿਕੇ ਰਹਿੰਦੇ ਹਨ, ਪਰ ਉਹਨਾਂ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ ਹੋ। ਘਰ ਦੇ ਅੰਦਰ ਰੋਜ਼ ਹੀ ਖਿਸ ਖਿਸ ਕੇ ਜਾਂਦੇ ਹਨ, ਤੁਸੀਂ ਮੋੜ ਕੇ ਲਿਆਉਂਦੇ ਹੋ, ਫਿਰ ਉਹਨਾਂ ਨੂੰ ਆਪਣੇ ਹਿਰਦੇ 'ਚ ਸਜਾਉਂਦੇ ਹੋ। ਅਤੇ ਬਾਹਰ ਕੱਢੋ, ਸਫਾਈ ਕਰੋ। ਫਿਰ ਤੁਸੀਂ ਕਹਿੰਦੇ ਹੋ ਨਾ, ਕਿਰਪਾ ਕਰੋ ਹਿਰਦੇ 'ਚ ਵਸੋ। ਮੈਂ ਤੁਹਾਨੂੰ ਕਹਿੰਦਾ ਹਾਂ ਵੀ ਤੁਸੀਂ ਪਿੱਛੇ ਦੇਖੋ, ਮੈਂ ਮੌਜੂਦ ਹਾਂ ਤੁਹਾਡੇ ਹਿਰਦੇ ਤੋਂ ਪਿੱਛੇ। ਤੁਸੀਂ ਇਹ ਬਾਹਰ ਝੂਠੇ ਘਰ ਦੇ ਵਿੱਚ ਵਸ ਰਹੇ ਹੋ, ਜਿਹੜਾ ਮੈਂ ਮੇਰੀ ਦਾ ਬਣਾਇਆ ਹੋਇਆ ਹੈ, ਅਤੇ ਇਹਦੇ ਬਾਰੇ ਸੋਚ ਰਹੇ ਹੋ। ਅਤੇ ਮੈਂ ਕਹਿੰਦਾ ਹੈ ਇਹ ਝੂਠੇ ਘਰ ਨੂੰ ਛੱਡੋ ਅਤੇ ਅਸਲੀ ਘਰ ਵੱਲ ਨੂੰ ਆਓ। ਦੋ ਕੰਮ ਹੋ ਸਕਦੇ ਹਨ, ਜਾਂ ਤਾਂ ਫਰਨੀਚਰ ਵਗੈਰਾ ਸਭ ਕੁਛ ਇਸ ਘਰ ਤੋਂ ਬਾਹਰ ਕਰ ਦਿਓ, ਦੀਵਾਰਾਂ ਵੀ ਢਾਹ ਦਿਓ, ਫਿਰ ਅਸਲੀ ਘਰ ਨਾਲ ਇਹ ਘਰ ਇੱਕ ਹੋ ਸਕਦਾ ਹੈ। ਜਾਂ ਇਸ ਘਰ ਤੋਂ ਬਾਹਰ ਆ ਜਾਓ ਅਤੇ ਇਹ ਜਿਹੜਾ ਬਾਹਰਲਾ ਘਰ ਹੈ ਇਹਦੀ ਮੁਸੀਬਤ ਛੁੱਟ ਜਾਂਦੀ ਹੈ। ਬਾਹਰਲਾ ਘਰ ਭਾਵ ਕਿ ਮਨ ਰੂਪੀ ਘਰ ਤੁਹਾਡਾ ਅੰਤਸ਼ਕਰਨ ਦੇ ਅੰਦਰ ਬਣਿਆ ਹੋਇਆ, ਉਹ ਤੋਂ ਬਾਹਰ ਅੰਦਰ ਨੂੰ ਆ ਜਾਓ। ਪਰ ਤੁਸੀਂ ਉਹਦੇ ਤੋਂ ਬਾਹਰ ਨੂੰ ਜਾ ਰਹੇ ਹੋ, ਅਤੇ ਮੈਂ ਤੁਹਾਨੂੰ ਅੰਦਰ ਨੂੰ ਪੁਕਾਰ ਰਿਹਾ ਹਾਂ ਵੀ ਆ ਜਾਓ ਪਿਆਰੇ। ਜਿਵੇਂ ਕਬੀਰ ਜੀ ਕਹਿੰਦੇ ਹਨ ਨਾ, ਪਾਛੇ ਲਾਗੋ ਹਰ ਫੇਰੇ ਕਹਿਤ ਕਬੀਰ ਕਬੀਰ। ਕਬੀਰ ਦੇ ਪਿੱਛੇ ਨਹੀਂ ਸੀ ਫਿਰ ਰਿਹਾ ਹਰੀ, ਸਾਰਿਆਂ ਦੇ ਪਿੱਛੇ ਹੀ ਫਿਰ ਰਿਹਾ ਹੈ ਹਰੀ। ਮੈਨੂੰ ਪੁੱਛੋ, ਮੈਂ ਕਹਿੰਦਾ ਹਰ ਇੱਕ ਨੂੰ ਆਵਾਜ਼ ਦੇ ਰਿਹਾ ਹੈ ਪਰਮਾਤਮਾ ਅੰਦਰੋਂ, ਹਰ ਇੱਕ ਦੇ ਪਿੱਛੇ ਹੈ, ਉਹਨੂੰ ਪੁਕਾਰ ਰਿਹਾ ਹੈ ਵੀ ਆ ਜਾ ਪਿਆਰੇ ਘਰੇ ਆ ਜਾ। ਪਰ ਪਿਆਰਾ ਸੁਣਦਾ ਹੀ ਨਹੀਂ, ਪਿਆਰਾ ਬਾਹਰਲੀਆਂ ਦੇ ਸੁਣਦਾ ਹੈ। ਜਿਹੜੇ 4 ਦਿਨ ਦੇ ਮਹਿਮਾਨ ਹਨ ਨਾ, ਬਾਹਰ ਦੇ ਮਿੱਤਰ ਬਣ ਗਏ, ਦੋਸਤ ਬਣ ਗਏ, ਆਪਣੇ ਬਣ ਗਏ, ਉਹਨਾਂ ਦੀ ਸੁਣਦਾ ਹੈ। ਜਿਹੜਾ ਅਸਲੀ ਹੈ, ਆਪਣਾ ਹੈ, ਉਹ ਜਿਹੜਾ ਪਿੱਛੋਂ ਆਵਾਜ਼ਾਂ ਦੇ ਰਿਹਾ ਹੈ ਉਹਦੀ ਸੁਣਦਾ ਹੀ ਨਹੀਂ। ਦੇਖੋ ਕਿਉਂ ਨਹੀਂ ਸੁਣਦਾ ਹੈ, ਕਿਉਂਕਿ ਇਹ ਜਿਹੜੇ ਬਾਹਰਲੇ ਹਨ ਨਾ, ਇਹਨਾਂ 'ਤੇ ਸਮੋਹਿਤ ਹੋ ਗਿਆ ਹੈ। ਮੇਰੇ 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 ਕਰਕੇ ਨਾ ਉਹਨਾਂ ਨੂੰ ਆਪਣੇ ਬਣਾ ਲਿਆ, ਅੰਦਰ ਵਸਾ ਲਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਇਹੋ ਹੀ ਬੰਧਨ ਹੈ। ਫਿਰ ਇਸ ਬੰਧਨ ਤੋਂ ਛੁੱਟਿਆ ਕਿਵੇਂ ਜਾਵੇ? ਪਹਿਲਾਂ ਤਾਂ ਇਹ ਸਮਝਿਆ ਜਾਵੇ ਵੀ ਬੰਧਨ ਹੈ, ਝੂਠ ਹੈ, ਵਾਸਤਵਿਕ ਨਹੀਂ ਹੈ। ਪਰ ਇਹਨੇ ਨਾਲ ਛੁਟਕਾਰਾ ਨਹੀਂ ਨਾ ਹੋਣਾ। ਜਿਵੇਂ ਬਰਜਿੰਦਰ ਸਿੰਘ ਲਿਖ ਰਿਹਾ ਹੈ ਵੀ ਮੈਂ TV ਦੇਖ ਰਿਹਾ ਸੀ ਅਤੇ ਇਹ ਵੀ ਖਿਆਲ ਸੀ ਇਹ ਝੂਠ ਹੈ, ਅਤੇ ਫਿਰ ਵੀ ਚਿੱਤ ਕਰਦਾ ਸੀ ਦੇਖੀ ਜਾਵਾਂ। ਫਿਰ ਤਾਂ ਇਹ ਖਿਆਲ ਝੂਠ ਹੋ ਗਿਆ ਨਾ, ਵੀ ਇਹ ਝੂਠ ਹੈ ਮੈਂ ਦੇਖ ਰਿਹਾ। ਅਗਰ ਦੇਖਣ ਦੀ ਵਾਸ਼ਨਾ ਹੈ, ਦੇਖੀ ਜਾਵਾਂ, ਅਤੇ ਇਹਦਾ ਭਾਵ ਇਹੋ ਹੀ ਹੈ ਵੀ ਜੇ ਝੂਠ ਪ੍ਰਤੀਤ ਨਹੀਂ ਹੋਇਆ। ਜਿਹੜੀ ਗੱਲ ਝੂਠ ਪ੍ਰਤੀਤ ਹੋ ਜਾਏਗੀ, ਦੇਖੋਗੇ ਕਿਵੇਂ ਤੁਸੀਂ? ਰਾਤ ਦਾ ਸੁਪਨਾ ਇਸੇ ਕਰਕੇ ਇੱਕਦਮ ਟੁੱਟ ਜਾਂਦਾ ਹੈ ਜਦੋਂ ਤੁਹਾਡੀ ਅੱਖ ਖੁੱਲ੍ਹ ਜਾਵੇ, ਵੀ ਦੇਖਣਾ ਕੀ ਹੈ ਉਹਦੇ ਵਿੱਚ। ਫਿਰ ਸੁਖਦਾਈ ਸੁਪਨੇ ਜਿਹੜੇ ਹਨ ਉਹ ਨੀਂਦ ਨੂੰ ਕਾਇਮ ਰੱਖਦੇ ਹਨ। ਇੱਦਾਂ ਹੀ ਜਿਹਦੇ ਵਿੱਚ ਤੁਹਾਨੂੰ ਸੁੱਖ ਮਿਲਦਾ ਹੈ ਦੇਖਣ ਵਿੱਚ, ਸੁਣਨ ਵਿੱਚ, ਜਾਂ ਕਿਸੇ ਖਿਆਲ ਵਿੱਚ, ਉਹਨੂੰ ਤੁਸੀਂ ਝੂਠ ਜਾਣਦੇ ਵੀ ਰਹੋ ਤਾਂ ਵੀ ਤੁਸੀਂ ਦੇਖਦੇ ਰਹੋਗੇ, ਉਹ ਸੁਪਨੇ 'ਚ ਪਏ ਰਹੋਗੇ। ਅਤੇ ਦਿਨ ਦੇ ਸੁਪਨੇ 'ਚੋਂ ਜਾਗਣ ਵਾਸਤੇ ਪਹਿਲਾਂ ਤਾਂ ਇਹ ਖਿਆਲ ਰੱਖਣਾ ਪਵੇਗਾ ਵੀ ਇਹ ਸੁਪਨਾ ਹੈ, ਝੂਠ ਹੈ। ਪਰ ਇੰਨੇ ਖਿਆਲ ਦੇ ਨਾਲ ਤੁਸੀਂ ਜਾਗੋਗੇ ਨਹੀਂ। ਇਸੇ ਕਾਰਨ ਹੀ ਗੁਰੂ ਦੀ ਜ਼ਰੂਰਤ ਹੈ। ਪਹਿਲਾਂ ਬਾਹਰ ਤੋਂ ਧਿਆਨ ਹਟਾਓ, ਇਹੋ ਹੀ ਬੇਈਮਾਨੀ ਹੈ ਵੀ ਧਿਆਨ ਹਟ ਨਹੀਂ ਰਿਹਾ ਅਤੇ ਤੁਸੀਂ ਝੂਠ ਖਿਆਲ ਕਰ ਲਿਆ। ਜਦੋਂ ਧਿਆਨ ਹਟ ਗਿਆ ਉਦੋਂ ਝੂਠ ਹੋ ਜਾਵੇਗਾ, ਅਤੇ ਪਹਿਲਾਂ ਧਿਆਨ ਹਟਾਉਣਾ ਹੈ। ਅਤੇ ਬਾਹਰੋਂ ਧਿਆਨ ਹਟਾਉਣ ਵਾਸਤੇ ਹੀ ਮੈਂ ਰੋਜ਼ ਹੀ
ਆਵਾਜ਼ ਦਿੰਦਾ ਹਾਂ ਵੱਖ ਵੱਖ ਢੰਗ ਨਾਲ, ਵੱਖ ਵੱਖ ਤਰੀਕੇ ਨਾਲ, ਚੋਟ ਵੀ ਕਰਦਾ। ਵੀ ਤੁਸੀਂ ਥੋੜ੍ਹਾ ਥੋੜ੍ਹਾ ਹੀ ਦੇਖੋ ਇੱਧਰ ਨੂੰ ਜਾਂ ਅੰਦਰ ਨੂੰ ਦੇਖੋ, ਇੱਕੋ ਹੀ ਗੱਲ ਹੈ। ਬਾਹਰੋਂ ਅੰਦਰ ਨੂੰ ਦੇਖੋ, ਫਿਰ ਬਾਹਰ ਨੂੰ ਤੁਸੀਂ ਵਿਚਾਰ ਕੇ ਦੇਖਦੇ ਹੋ, ਸੋਚ ਕੇ ਦੇਖਦੇ ਹੋ, ਜਾਂ ਦੇਖ ਕੇ ਸੋਚਦੇ ਹੋ, ਵਿਚਾਰਦੇ ਹੋ। ਪਰ ਅੰਦਰ ਨੂੰ ਜਦੋਂ ਤੁਸੀਂ ਦੇਖੋਗੇ ਨਾ, ਉਦੋਂ ਤੁਸੀਂ ਸੋਚ ਵਿਚਾਰ ਤੋਂ ਮੁਕਤ ਹੋਵੋਗੇ। ਅਗਰ ਨਹੀਂ ਕੋਈ ਹੋ ਰਿਹਾ ਹੈ, ਇੰਨਾ ਹੀ ਸਮਝ ਲੈਣਾ ਚਾਹੀਦਾ ਹੈ ਵੀ ਉਹਨੂੰ ਅਜੇ ਸ਼ਰਧਾ ਨਹੀਂ, ਭਾਵਨਾ ਨਹੀਂ। ਇਹ ਗੱਲ ਖਿਆਲ ਵਿੱਚ ਰੱਖਿਓ। ਤੁਸੀਂ ਕਿਰਪਾ ਦੀ ਗੱਲ ਕਰਦੇ ਹੋ ਨਾ, ਪਰ ਵਾਸਤਵਿਕ ਗੱਲ ਦੂਸਰੀ ਹੈ। ਅਜੇ ਪ੍ਰੇਮ ਦੀ ਕਮੀ ਹੈ, ਭਾਵਨਾ ਦੀ ਕਮੀ ਹੈ। ਅਜੇ ਭਾਵ ਤੁਹਾਡਾ ਬਾਹਰ ਲੱਗਾ ਹੋਇਆ ਹੈ। ਤੇ ਬਾਹਰੋਂ ਜਦੋਂ ਪੂਰਾ ਦਾ ਪੂਰਾ ਟੁੱਟੇਗਾ, ਪੂਰਾ ਦਾ ਪੂਰਾ ਹੀ ਅੰਦਰ ਲੱਗੇਗਾ। ਫਿਰ ਹੀ ਤੁਸੀਂ ਦੇਖੋਗੇ ਨਾ ਵੀ ਜਿਨ੍ਹਾਂ ਨੂੰ ਕਹਿ ਰਹੇ ਸੀ ਵੀ ਆ ਜਾਓ ਹਿਰਦੇ 'ਚ ਵਸ ਦਿਓ, ਤਾਂ ਉਹ ਤਾਂ ਪਹਿਲਾਂ ਹੀ ਵਸੇ ਹੋਏ ਸੀ, ਉਹ ਤਾਂ ਬੈਠੇ ਹੀ ਸੀ ਅੰਦਰ। ਅਸੀਂ ਨਹੀਂ ਦੇਖ ਰਹੇ ਸੀ, ਅਸੀਂ ਬਾਹਰ ਦੇਖੀ ਜਾਂਦੇ ਹਾਂ। ਬਾਹਰਲਿਆਂ ਨੂੰ ਆਪਣੇ ਸਮਝੀ ਜਾਂਦੇ। ਜਿਹੜੇ 4 ਦਿਨ ਨਾਲ ਰਹਿਣ ਵਾਲੇ ਹਨ, ਉਹ ਵੀ ਪੱਕਾ ਨਹੀਂ। ਨਦੀ ਨਾਵ ਸੰਜੋਗ, ਕਿੰਨੇ ਦਿਨ ਰਹਿਣਾ ਹੈ, ਅਤੇ ਜਿਹਦੇ ਨਾਲ ਸਦਾ ਹੀ ਰਹਿਣਾ ਹੈ। ਸੱਜਣ ਮੇਰੇ ਨਾਲ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਣ। ਉਹ ਹਰ ਥਾਂ ਹੀ ਨਾਲ ਚੱਲਣਗੇ, ਉਹਦੇ ਚੱਲਣ ਨੂੰ ਤਿਆਰ ਹੀ ਹਨ। ਪਰ ਤੁਸੀਂ ਬਾਹਰੋਂ ਪਹਿਲਾਂ ਬਾਂਹ 'ਤੇ ਛਡਾਓ ਨਾ, ਇੰਨਾ ਤਾਂ ਹੀ ਹੱਥ ਫੜੋਗੇ ਨਾ, ਨਾਲ ਚੱਲੋਗੇ। ਅਤੇ ਕਚੜਿਆਂ ਸਿਉਂ ਤੋੜ, ਢੂੰਡ ਸੰਤ ਸੱਜਣ ਪੱਕਿਆਂ। ਓਏ ਜੀਵਨ ਦੇ ਵਿਛੋੜੇ, ਓਏ ਮੋਇਆ ਨਾ ਜਾਈ ਛੋੜ। ਇਹ ਕਹਿੰਦੇ ਜੀਂਦੇ ਜੀ ਵਿਛੜ ਜਾਂਦੇ ਹਨ, ਹਾਂ, ਪਰ ਉਹ ਮਰਨ ਤੋਂ ਬਾਅਦ ਵੀ ਨਹੀਂ ਸਾਥ ਛੱਡਦੇ ਹਨ। ਅਤੇ ਜਿਹੜਾ ਨਹੀਂ ਸਾਥ ਛੱਡਦਾ ਹੈ ਮਰਨ ਤੋਂ ਬਾਅਦ ਵੀ ਤੁਹਾਡਾ, ਉਹ ਤੁਹਾਡੇ ਅੰਦਰ ਹੀ ਹੈ। ਉਹਨੂੰ ਗੁਰੂ ਸਮਝੋ, ਪ੍ਰਮਾਤਮਾ ਸਮਝੋ। ਗੁਰ ਪਰਮੇਸ਼ਰ ਏਕੋ ਜਾਨ, ਤਾ ਮੈਂ ਭੇਦ ਨਾ ਰੰਚ ਪਛਾਣ। ਕਹਿੰਦੇ ਰੰਚਕ ਮਾਤਰ ਵੀ ਭੇਦ ਨਹੀਂ। ਜਾਣਨਾ ਕਰੋ। ਅਗਰ ਤੁਸੀਂ ਭੇਦ ਜਾਣਨ ਦੀ ਕੋਸ਼ਿਸ਼ ਕਰੋਗੇ, ਤੁਹਾਡੇ ਵਿਚਾਰ ਚੱਲਣਗੇ। ਇਹੋ ਹੀ ਮੈਂ ਕਹਿੰਦਾ ਹਾਂ ਵੀ ਸ਼ਰਧਾ ਘੱਟ ਹੈ। ਅਗਰ ਗੁਰੂ ਪ੍ਰਤੀ ਤੁਹਾਡੇ ਵਿਚਾਰ ਚੱਲਦੇ ਹਨ ਅਤੇ ਤੁਸੀਂ ਗੁਰੂ ਨੂੰ ਬਾਹਰੋਂ ਦੇਖ ਰਹੇ ਹੋ, ਤਾਂ ਬਾਹਰੋਂ ਜੁੜੇ ਹੋਏ ਹੋ ਵਿਚਾਰ ਦੇ ਤਲ 'ਤੇ। ਅਤੇ ਜਦੋਂ ਤੁਸੀਂ ਹੋਰ ਗਹਿਰੇ ਜੁੜ ਗਏ ਭਾਵ ਦੇ ਤਲ 'ਤੇ, ਅਤੇ ਭਾਵ ਦੇ ਤਲ 'ਤੇ ਉਦੋਂ ਹੀ ਜੁੜੋਗੇ ਜਦੋਂ ਤੁਸੀਂ ਉਹਨੂੰ ਪਰਮਾਤਮਾ ਸਮਝ ਲਵੋਗੇ। ਫਿਰ ਤੁਸੀਂ ਉਹਦੇ ਬਾਰੇ ਸੋਚੋਗੇ ਨਹੀਂ, ਫਿਰ ਉਹਨੂੰ ਘਟ ਘਟ ਦੇ ਵਿੱਚ ਖਿਆਲ ਕਰੋਗੇ। ਪਹਿਲਾਂ ਤਾਂ ਆਪਣੇ ਅੰਦਰ ਖਿਆਲ ਵਿੱਚ ਆਊਗਾ, ਧਿਆਨ ਵਿੱਚ ਆਊਗਾ ਕਹਿ ਲਈਏ, ਅਤੇ ਫਿਰ ਉਹ ਹੀ ਸਾਰੀ ਜਗ੍ਹਾ ਆਉਣ ਲੱਗ ਜਾਂਦਾ ਹੈ ਧਿਆਨ ਵਿੱਚ। ਪਰ ਧਿਆਨ ਪਹਿਲਾਂ ਬਾਹਰੋਂ ਹਟਦਾ ਹੈ, ਸਥੂਲ ਨਾਲੋਂ, ਦ੍ਰਿਸ਼ ਨਾਲੋਂ, ਮਿਥਿਆ ਨਾਲੋਂ, ਝੂਠ ਨਾਲੋਂ, ਵਿਅਰਥ ਨਾਲੋਂ, ਕੂੜ ਨਾਲੋਂ, ਛਣ ਭੰਗੁਰ ਨਾਲੋਂ। ਜਿਹੜਾ ਮਰ ਹੀ ਰਿਹਾ ਹੈ, ਮਿਟ ਹੀ ਰਿਹਾ ਹੈ ਹਰ ਵਕਤ। ਜਿਹੜਾ ਮਿਟ ਰਿਹਾ ਹੈ ਹਰ ਵਕਤ, ਤੁਸੀਂ ਉਹਦੇ ਬਾਰੇ ਸੋਚ ਰਹੇ, ਉਹਦੇ ਨਾਲ ਜੁੜ ਰਹੇ ਹੋ। ਅਤੇ ਬਾਹਰਲੇ ਘਰ ਮਿਟ ਜਾਣਗੇ। ਅਤੇ ਮੈਂ ਐਸਾ ਨਹੀਂ ਕਹਿ ਰਿਹਾ ਵੀ ਇਹ ਜਿਹੜੇ ਬਾਹਰਲੇ ਮਿੱਟੀ ਪੱਥਰ ਦੇ ਘਰ ਹੈ, ਸੀਮੈਂਟ ਦੇ ਘਰ ਹੈ, ਇਹਨਾਂ ਨੂੰ ਛੱਡ ਕੇ ਆ ਜਾਓ। ਨਹੀਂ, ਤੁਹਾਡਾ ਮਨ ਰੂਪੀ ਘਰ ਜਿਹੜਾ ਹੈ, ਉਹਨੂੰ ਮੈਂ ਬਾਹਰਲਾ ਘਰ ਕਹਿੰਦਾ। ਹੋਂਦ ਦੁਆਰਾ ਬਣਾਇਆ, ਸਜਾਇਆ ਹੈ, ਉਹਨੂੰ ਢਾਹ ਦਿਓ। ਕਬੀਰ ਜੀ ਕਹਿੰਦੇ ਹਨ, ਉਸ ਘਰ ਨੂੰ ਸਾੜ ਦਿਓ। ਜੋ ਘਰ ਬਾਰੇ ਆਪਣਾ ਚਲੇ ਹਮਾਰੇ ਸੰਗ। ਕਬੀਰ ਜੀ ਕਹਿੰਦੇ ਜਿਹੜਾ ਘਰ ਆਪਣਾ ਸਾੜ ਦਿੰਦਾ ਹੈ ਨਾ, ਉਹ ਸਾਡੇ ਨਾਲ ਚੱਲਦਾ ਹੈ।
ਇਹ ਉਸੇ ਘਰ ਨੂੰ ਹੀ ਕਿਹਾ ਹੈ। ਮਨ ਰੂਪੀ ਘਰ ਨੂੰ ਪ੍ਰੇਮ ਦੀ ਅਗਨ ਵਿੱਚ ਸੁਆਹ ਕਰ ਦਿਓ, ਜਾਂ ਤਪ ਦੀ ਅਗਨ ਦੇ ਵਿੱਚ, ਉਹਨੂੰ ਹੀ ਤਪੱਸਿਆ ਕਿਹਾ ਹੈ। ਅਗਨ ਹੈ, ਅਗਨ ਦੁਬਾਰਾ ਸੜ ਜਾਂਦਾ ਹੈ। ਕਹਿੰਦੇ ਨਾ ਪਾਪ ਭਸਮਾ ਭੂਤ ਹੋ ਜਾਂਦੇ ਆ, ਮਿਟ ਜਾਂਦੇ ਹਨ ਉਸ ਅੱਗ ਦੇ ਵਿੱਚ। ਉਹ ਪਾਪਾਂ ਰੂਪੀ ਘਰ ਬਣਾਇਆ ਹੋਇਆ, ਉਹਦੇ ਵਿੱਚ ਜੋ ਕੁਛ ਵੀ ਸਭ ਪਾਪ ਹੀ ਹੈ, ਉਹਨੂੰ ਸਾੜ ਦੇਣਾ ਹੈ। ਤੁਹਾਨੂੰ ਸਾੜ ਦਿਓ, ਐਸੀ ਅਗਨ ਪ੍ਰਜਵਲਿਤ ਕਰੋ ਅੰਦਰੋਂ, ਬਿਰਹਾ ਦੀ, ਪ੍ਰੇਮ ਦੀ। ਤੁਹਾਡੇ ਅੰਦਰ ਪਿਆਸ ਪੁਕਾਰ ਉੱਠੇ ਆਪਣੇ ਪ੍ਰੀਤਮ ਨੂੰ ਮਿਲਣ ਦੀ, ਤੜਫ। ਤੁਸੀਂ ਵੀ ਪੁਕਾਰ ਉੱਠੋ। ਜਦੋਂ ਤੁਸੀਂ ਨਾ ਰੋਏ ਦੇ ਵਿੱਚੋਂ ਪੁਕਾਰੋਗੇ, ਅੰਦਰੋਂ ਤੁਹਾਡੇ ਗਹਿਰੇ ਤੋਂ ਪੁਕਾਰ ਹੋਵੇਗੀ। ਜੋ ਗਹਿਰੇ ਤੋਂ ਉਦੋਂ ਹੀ ਪੁਕਾਰ ਹੋਵੇਗੀ ਜਦੋਂ ਉਹਦੇ ਤੋਂ ਬਗੈਰ ਤੁਸੀਂ ਜੇ ਰਹਿ ਨਾ ਸਕੋਗੇ, ਜੀ ਨਾ ਸਕੋਗੇ। ਹਾਲੇ ਤਾਂ ਤੁਸੀਂ ਸੋਚਦੇ ਹੋ ਘਰ ਤੋਂ ਬਗੈਰ, ਪਰਿਵਾਰ ਤੋਂ ਬਗੈਰ ਨਹੀਂ ਰਹਿ ਸਕਦੇ, ਫਿਰ ਉਲਟੀ ਗੱਲ ਹੋ ਜਾਂਦੀ ਹੈ। ਫਿਰ ਤੁਸੀਂ ਕਹੋਗੇ ਇਹਨਾਂ ਤੋਂ ਬਗੈਰ ਤਾਂ ਮੈਂ ਸਦਾ ਹੀ ਰਹਿੰਦਾ ਸੀ, ਪਰ ਉਹ ਤੋਂ ਬਗੈਰ ਕਿਵੇਂ ਰਹਿ ਸਕਦਾ? ਉਹ ਤੋਂ ਬਗੈਰ ਤਾਂ ਜੀਵਨ ਹੀ ਨਹੀਂ ਚੱਲ ਸਕਦਾ, ਸਵਾਸ ਹੀ ਨਹੀਂ ਚੱਲ ਸਕਦਾ, ਹੋਣਾ ਹੀ ਨਹੀਂ ਹੈ, ਉਹਦੇ ਵਿੱਚ ਹੀ ਤਾਂ ਹੋਣਾ ਹੈ। ਫਿਰ ਕਹੋਗੇ ਇੱਕ ਘੜੀ ਹੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦਮ ਮਿਲੀਏ ਪ੍ਰੀਏ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਗੁਰ ਦੇਖੇ ਦਰਸ਼ਨ ਸੰਤ ਪਿਆਰੇ ਜੀ।